हाँ जी, सत श्री अकाल साਰਿਆਂ ਨੂੰ ਆਪਣੀ 17ਵੇਂ ਦਿਨ NCERT ਆਰਥਿਕਤਾ ਦੇ ਲੈਕਚਰ 5 ਵਿੱਚ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਲੈਕਚਰ ਵਿੱਚ ਜੋ ਆਪਾਂ ਗੱਲ ਕਰਨੀ ਹੈ ਉਹ ਕਰਨੀ ਹੈ ਭਾਰਤ ਵਿੱਚ ਆਪਾਂ ਕਿੱਦਾਂ ਮਨੁੱਖੀ ਪੂੰਜੀ ਕਿੱਦਾਂ ਤਿਆਰ ਕਰਨੀ ਹੈ ਤੇ ਦੂਜੀ ਆਪਣੇ ਭਾਰਤ ਵਿੱਚ ਬੇਰੁਜ਼ਗਾਰੀ ਦੀ ਕੀ ਦਰ ਹੈ ਉਹਦੇ ਬਾਰੇ ਵੀ ਆਪਾਂ ਕੁਝ ਚੀਜ਼ਾਂ ਪੜਾਂਗੇ। ਦੇਖੋ ਮਨੁੱਖੀ ਪੂੰਜੀ ਪੜਨ ਤੋਂ ਪਹਿਲਾਂ ਪੂੰਜੀ ਆਪਣੇ ਆਪ ਚ ਆਪਾਂ ਜਦ ਵੀ ਗੱਲ ਕਰਦੇ ਪੂੰਜੀ ਆਪਾਂ ਕਿਸ ਚੀਜ਼ ਨੂੰ ਰੈਫਰ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ। ਦੇਖੋ ਪੂੰਜੀ ਹਮੇਸ਼ਾ ਉਸ ਚੀਜ਼ ਨੂੰ ਰੈਫਰ ਕੀਤਾ ਜਾਂਦਾ ਹੈ ਜਿਹੜੀ ਆਪਾਂ ਨੂੰ ਹੋਰ ਅੱਗੇ ਚੀਜ਼ਾਂ ਬਣਾਉਣ ਵਿੱਚ ਮਦਦ ਕਰੇ। ਜਿਵੇਂ ਪੂੰਜੀ ਆਪਣੇ ਆਪ ਚ ਦੋ ਤਰੀਕੇ ਦੀ ਹੋ ਸਕਦੀ, ਇੱਕ ਮਨੁੱਖੀ ਪੂੰਜੀ ਹੁੰਦੀ ਹੈ, ਦੂਜੇ ਤਰੀਕੇ ਨਾਲ ਜ਼ਿਆਦਾ ਬਿਹਤਰ ਸਮਝਣ ਪਹਿਲਾਂ ਜਿਵੇਂ ਭੌਤਿਕ ਪੂੰਜੀ। ਹੁਣ ਭੌਤਿਕ ਪੂੰਜੀ ਕੀ ਹੁੰਦੀ ਹੈ? ਜਿਵੇਂ ਆਪਣੀਆਂ ਜਿੰਨੀਆਂ ਵੀ ਮਸ਼ੀਨਾਂ ਹੁਣ ਆਪਣੀ ਮਸ਼ੀਨਾਂ ਇੱਕ ਤਰੀਕੇ ਨਾਲ ਆਪਣੀ ਪੂੰਜੀਆਂ ਬਣਦੀਆਂ। ਹੁਣ ਦੇਖੋ ਜਿਹੜੀ ਵੀ ਆਪਣੀ ਮਸ਼ੀਨ ਹੈ, ਜੇ ਮਸ਼ੀਨ ਆਪਣੀ ਮਦਦ ਕਰ ਰਹੀ ਹੈ ਹੋਰ ਚੀਜ਼ਾਂ ਬਣਾਉਣ ਵਿੱਚ, ਜਿਵੇਂ ਕੱਪੜੇ ਦੀ ਮਸ਼ੀਨ ਹੈ ਉਹ ਅੱਗੇ ਹੋਰ ਕੱਪੜਾ ਤਿਆਰ ਕਰਨ 'ਚ ਮਦਦ ਕਰ ਰਹੀ ਹੈ, ਆਪਣੇ ਟਰੈਕਟਰ ਹੈ ਉਹ ਅੱਗੇ ਆਪਾਂ ਨੂੰ ਹੋਰ ਫਸਲਾਂ ਲਾਉਣ ਵਾਢੀ 'ਚ ਹਰ ਚੀਜ਼ 'ਚ ਮਦਦ ਕਰ ਰਹੇ ਹੈ। ਇਹ ਸਾਰੀਆਂ ਚੀਜ਼ਾਂ ਆਪਣੀ ਭੌਤਿਕ ਪੂੰਜੀ ਬਣਦੀ ਹੈ ਕਿਉਂਕਿ ਇਹ ਆਪਾਂ ਨੂੰ ਹੋਰ ਅੱਗੇ ਆਰਥਿਕਤਾ ਦੀਆਂ ਹੋਰ ਚੀਜ਼ਾਂ ਵਿੱਚ ਆਪਾਂ ਨੂੰ ਅੱਗੇ ਮਦਦ ਕਰ ਰਹੇ ਹੈ। ਉਵੇਂ ਹੀ ਆਪਾਂ ਮਨੁੱਖੀ ਪੂੰਜੀ ਉਦੋਂ ਰੈਫਰ ਕਰਦੇ ਹਾਂ ਜਦੋਂ ਆਪਾਂ ਆਪਣੇ ਦੇਸ਼ ਦੀ ਆਬਾਦੀ ਨੂੰ ਇੰਨਾ ਪੜ੍ਹਾ ਲਿਖਾ ਕੇ ਤਿਆਰ ਕਰ ਲਈਏ ਕਿ ਉਹ ਲੋਕ ਅੱਗੇ ਜਿੰਨੀਆਂ ਰਿਸੋਰਸਿਸ ਹੈ, ਜਿਹੜਾ ਕੱਚਾ ਮਾਲ ਹੈ, ਕੱਚੇ ਮਾਲ ਤੋਂ ਹੋਰ ਚੀਜ਼ਾਂ ਤਿਆਰ ਕਰ ਸਕਣ। ਦੇਖੋ ਇੱਕ ਦੇਸ਼ ਦੇ ਅੰਦਰ ਬਹੁਤ ਸਾਰੀ ਰਿਸੋਰਸਿਸ ਅਵੇਲੇਬਲ ਹੋ ਸਕਦੀਆਂ, ਬਹੁਤ ਸਾਰੀਆਂ ਚੀਜ਼ਾਂ ਅਵੇਲੇਬਲ ਹੋ ਸਕਦੀਆਂ, ਜਿਵੇਂ ਤੇਲ ਹੋ ਸਕਦਾ ਉੱਥੇ ਜ਼ਮੀਨ ਦੇ ਥੱਲੇ, ਤੁਹਾਡੇ ਕੀ ਕਹਿੰਦੇ ਆ ਆਇਰਨ ਓਰ ਹੋ ਸਕਦਾ ਤੇ ਹੋਰ ਬਹੁਤ ਸਾਰੀਆਂ ਚਲੋ ਰਿਸੋਰਸਿਸ ਹੋ ਸਕਦੀਆਂ। ਪਰ ਗੱਲ ਇਹ ਹੈ ਕਿ ਜੇ ਲੈਟਸ ਸਪੋਜ਼ ਮੇਰੇ ਦੇਸ਼ ਵਿੱਚ ਸੋਨਾ ਪਾਇਆ ਜਾਂਦਾ ਕਿਤੇ ਧਰਤੀ ਦੇ ਥੱਲੇ ਗੱਡਿਆ ਹੋਇਆ, ਪਤਾ ਹੈ ਕਿ ਇੱਥੇ ਹਾਂ ਗੱਡਿਆ ਹੋਇਆ ਨਹੀਂ, ਜਿਹੜਾ ਮਤਲਬ ਧਰਤੀ ਦੇ ਅੰਦਰ ਸੋਨਾ ਹੈਗਾ ਇੱਥੇ, ਪਰ ਉਹ ਇਦਾਂ ਨਹੀਂ ਹੁੰਦਾ ਕਿ ਬਸ ਤੁਸੀਂ ਖੋਦੋਗੇ ਥੱਲੇ ਤੁਹਾਨੂੰ ਪੂਰਾ ਦਾ ਪੂਰਾ ਸੋਨਾ ਹੀ ਮਿਲੂਗਾ। ਉਹ ਇੱਕ ਪੱਥਰ ਦੇ ਅੰਦਰ ਹੀ ਮਿਲਿਆ ਹੁੰਦਾ ਤੇ ਵਿੱਚ ਕਿਤੇ ਨਾ ਕਿਤੇ ਸੋਨੇ ਦੇ ਪਦਾਰਥ ਹੁੰਦੇ ਆ। ਹੁਣ ਆਪਾਂ ਨੂੰ ਉਹਨਾਂ ਨੂੰ ਕੱਢਣਾ ਆਉਣਾ ਚਾਹੀਦਾ ਹੈ ਸਹੀ ਤਰੀਕੇ ਨਾਲ, ਕਿਸ ਤਰੀਕੇ ਨਾਲ ਕੱਢਣਾ। ਹੁਣ ਜੇ ਮੇਰੇ ਦੇਸ਼ ਦੇ ਅੰਦਰ ਲੋਕਾਂ ਵਿੱਚ ਇਹ ਟੈਲੈਂਟ ਹੀ ਨਹੀਂ ਹੈਗਾ ਕਿ ਉਹ ਇਦਾਂ ਦੇ ਰਿਸੋਰਸ ਨੂੰ ਕੱਢ ਸਕਣ ਤੇ ਉਹਨਾਂ ਤੋਂ ਕੁਝ ਹੋਰ ਚੀਜ਼ਾਂ ਬਣਾ ਸਕਣ, ਤਾਂ ਉਸ ਰਿਸੋਰਸ ਦਾ ਮੇਰੇ ਦੇਸ਼ ਦੇ ਅੰਦਰ ਕੋਈ ਫਾਇਦਾ ਨਹੀਂ ਰਿਹਾ। ਬਲਕਿ ਅੰਦਰ ਦੇਖੋ ਫਿਰ ਜੇ ਆਪਾਂ ਨੂੰ ਖੁਦ ਰਿਸੋਰਸਿਸ ਕੱਢਣੀਆਂ ਨਹੀਂ ਆਉਂਦੀਆਂ, ਕੋਈ ਹੋਰ ਦੇਸ਼ ਦੀ ਕੋਈ ਕੰਪਨੀ ਆਪਣੇ ਕੋਲੇ ਆਊਗੀ, ਆਪਣੇ ਦੇਸ਼ ਦੀ ਸਰਕਾਰ ਕੋਲੇ, ਉਹਨਾਂ ਨੂੰ ਆ ਕਹੂਗੀ ਕਿ ਦੇਖੋ ਅਸੀਂ ਕੱਢ ਦਿੰਨੇ ਆ, ਅਸੀਂ ਹੀ ਮਾਲ ਅੱਗੇ ਵੇਚ ਵੀ ਦੇਵਾਂਗੇ, ਤੁਸੀਂ ਇਹਦਾ 10-15% ਜੋ ਵੀ ਕਮਾਈ ਆਊਗੀ ਉਹ ਰੱਖ ਲਿਓ, ਕਿਉਂਕਿ ਸਭ ਕੁਝ ਅਸੀਂ ਲਗਾ ਰਹੇ ਹਾਂ, ਜ਼ਿਆਦਾਤਰ ਪੈਸਾ ਵੀ ਅਸੀਂ ਰੱਖਾਂਗੇ। ਹੁਣ ਇਦਾਂ ਦੇ ਤਾਂ ਤੁਹਾਡਾ ਤਾਂ ਫਾਇਦਾ ਚੱਕਿਆ ਜਾ ਰਿਹਾ ਕਿਉਂਕਿ ਰਿਸੋਰਸ ਸਾਰੀ ਤੁਹਾਡੀ ਸੀ, ਮਾਲ ਤੁਹਾਡਾ ਸਾਰਾ ਸੀ, ਪਰ ਜ਼ਿਆਦਾਤਰ ਮੁਨਾਫਾ ਉਹ ਜਿਹੜੀ ਬਾਹਰੋਂ ਆਈ ਕੰਪਨੀ, ਕਿਸੇ ਹੋਰ ਦੇਸ਼ ਦੀ ਕੰਪਨੀ ਉਹ ਲੈ ਗਈ। ਤੁਹਾਡਾ ਤਾਂ ਕੋਈ ਆਪਣਾ ਮੁਨਾਫਾ ਹੋਇਆ ਹੀ ਨਹੀਂ। 10-15% ਤੁਹਾਡੀ ਆਪਣੀ ਰਿਸੋਰਸ ਦਾ ਤੁਹਾਨੂੰ 10-15% ਹੀ ਮਿਲ ਰਿਹਾ। ਤਾਂ ਇਸ ਕਾਰਨ ਲੋਕੀ ਹਮੇਸ਼ਾ ਫਾਇਦਾ ਚੱਕਣਗੇ ਇਦਾਂ ਦੇ ਦੇਸ਼ ਦਾ ਜਿੱਥੇ ਮਨੁੱਖੀ ਪੂੰਜੀ ਨਹੀਂ ਤਿਆਰ ਹੋਈ, ਜਿੱਥੇ ਲੋਕਾਂ 'ਚ ਖੁਦ ਹੀ ਟੈਲੈਂਟ ਨਹੀਂ ਹੈਗਾ ਕਿ ਆਪਾਂ ਹੋਰ ਚੀਜ਼ਾਂ ਕਿੱਦਾਂ ਬਣਾ ਸਕਦੇ ਹਾਂ। ਹੁਣ ਦੇਖੋ ਮਨੁੱਖੀ ਪੂੰਜੀ ਆਪਣੇ ਆਪ 'ਚ ਕਿੱਦਾਂ ਤਿਆਰ ਕੀਤੀ ਜਾਂਦੀ ਹੈ, ਦੋ ਚੀਜ਼ਾਂ ਤੇ, ਇੱਕ ਸਿੱਖਿਆ ਤੇ ਇੱਕ ਸਿਹਤ ਤੇ। ਇਹ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਮਨੁੱਖੀ ਪੂੰਜੀ ਨੂੰ ਤਿਆਰ ਕਰਨ ਲਈ। ਸਿੱਖਿਆ ਵਿੱਚ ਸਭ ਤੋਂ ਪਹਿਲਾਂ ਜਦੋਂ ਆਪਾਂ ਜਿਹੜੀ ਪੜ੍ਹਾਈ ਲਿਖਾਈ ਸਕੂਲ ਕਾਲਜਿਸ ਇਹ ਸਾਰੀ ਜਗ੍ਹਾ ਜਿਹੜੀ ਪੜ੍ਹਾਈ ਲਿਖਾਈ ਹੋ ਰਹੀ ਹੈ, ਦੇਖੋ ਸਕੂਲ ਕਾਲਜਿਸ ਦਾ ਮੇਨ ਕੰਮ ਇਹ ਨਹੀਂ ਹੁੰਦਾ ਕਿ ਤੁਹਾਨੂੰ ਨੌਕਰੀ ਲਈ ਤਿਆਰ ਕੀਤਾ ਜਾ ਸਕੇ। ਸਕੂਲ ਕਾਲਜਿਸ ਵੈਸੇ ਐਕਚੁਅਲੀ ਜੋ ਬਣਾਏ ਗਏ ਆ ਉਹ ਇਸ ਲਈ ਬਣਾਏ ਗਏ ਆ ਕਿ ਆਪਣਾ ਇੱਕ ਐਪਟੀਟਿਊਡ, ਆਪਣੀ ਇੱਕ ਪਰਸਨੈਲਿਟੀ ਬਣ ਜੇ ਕਿ ਆਪਾਂ ਸਮਾਜ ਵਿੱਚ ਜਾ ਕੇ ਗੱਲਾਂ ਕਿੱਦਾਂ ਕਰਨੀਆਂ, ਬਿਹੇਵ ਕਿੱਦਾਂ ਕਰਨਾ ਹੈ, ਠੀਕ ਹੈ, ਤੇ ਹੋਰ ਸਿੱਖਣ ਦੀ ਭਾਵਨਾ ਕਿੱਦਾਂ ਬਣਾਉਣੀ ਹੈ। ਆਪਣਾ ਕਿਤੇ ਨਾ ਕਿਤੇ ਐਜੂਕੇਸ਼ਨ ਸਿਸਟਮ ਇਸ ਚੀਜ਼ ਫੇਲ ਹੁੰਦਾ, ਪਰ ਓਰੀਜਨਲ ਮਤਲਬ ਸਕੂਲ ਕਾਲਜਿਸ ਬਣਾਉਣ ਦਾ ਦੁਨੀਆ ਵਿੱਚ ਇਹੀ ਸੀ ਕਿ ਲੋਕਾਂ 'ਚ ਹੋਰ ਸਿੱਖਣ ਦੀ ਹਮੇਸ਼ਾ ਇੱਛਾ ਕਿੱਦਾਂ ਜਗਾ ਕੇ ਰੱਖਣੀ ਹੈ, ਠੀਕ ਹੈ। ਉਹ ਤਾਂ ਐਗਜ਼ਾਮ ਇਹ ਸਾਰੀ ਚੀਜ਼ਾਂ ਦੇ ਚੱਕਰ ਵਿੱਚ ਇਹ ਸਭ ਕੁਝ ਖਤਮ ਹੀ ਹੋ ਗਿਆ। ਦੂਜਾ ਜਿਹੜਾ ਐਕਚੁਅਲੀ ਚੀਜ਼ ਚਾਹੀਦੀ ਹੈ ਤੇ ਇੱਥੇ ਆਪਣਾ ਐਜੂਕੇਸ਼ਨ ਸਿਸਟਮ ਫੇਰ ਮਾਰ ਖਾਂਦਾ ਹੈ, ਉਹ ਇੱਥੇ ਪੈਂਦਾ ਹੈ ਆਪਣੇ ਭਾਰਤ ਵਿੱਚ ਆਬਾਦੀ ਬਹੁਤ ਹੈ।
ਆਬਾਦੀ ਜ਼ਿਆਦਾ ਹੋਣ ਦਾ ਮਤਲਬ ਹੈ ਕਿ ਦੇਖੋ ਆਪਣੇ ਇੱਥੇ ਯੂਥ ਬਹੁਤ ਹੈ ਤੇ ਉਹਦੇ ਕਾਰਨ ਆਪਣੇ ਇੱਕ ਤਰੀਕੇ ਨਾਲ ਮਜ਼ਦੂਰ ਆਪਾਂ ਸਿਰਫ ਇਹ ਦਿਹਾੜੀ ਵਾਲੇ ਮਜ਼ਦੂਰ ਨਹੀਂ, ਜਿਹੜੇ ਆਪਾਂ ਨੌਕਰੀ ਕਰ ਰਹੇ ਹਾਂ ਉਹ ਵੀ ਮਜ਼ਦੂਰ ਹੀ ਹੈ, ਲੇਬਰ ਹੀ ਹੈ, ਠੀਕ ਹੈ, ਫੈਕਟਰੀ ਵਿੱਚ ਵੀ ਲੇਬਰ ਹੀ ਜਾਂਦੀ ਹੈ। ਤਾਂ ਹੁਣ ਜਿੰਨੇ ਵੀ ਆਪਣੇ ਮਜ਼ਦੂਰ ਹੈ ਉਹ ਬਹੁਤ ਆਸਾਨੀ ਨਾਲ ਅਵੇਲੇਬਲ ਹੈ। ਤਾਂ ਆਪਾਂ ਜਦ ਵੀ ਦੁਨੀਆ ਭਰ ਦੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਨੂੰ ਕਹਿੰਦੇ ਆ, ਇਨਵੈਸਟ ਕਰਨ ਨੂੰ ਕਹਿੰਦੇ ਆ, ਤਾਂ ਆਪਾਂ ਇਹੀ ਕਹਿੰਦੇ ਆ ਕਿ ਭਾਰਤ ਵਿੱਚ ਤੁਹਾਨੂੰ ਆਰਾਮ ਨਾਲ ਮਜ਼ਦੂਰ ਮਿਲਣਗੇ, ਤੁਹਾਨੂੰ ਆਰਾਮ ਨਾਲ ਕੰਮ ਕਰਨ ਲਈ ਲੋਕ ਮਿਲ ਜਾਣਗੇ, ਤੁਸੀਂ ਇੱਥੇ ਆਓ, ਆਪਣੀ ਫੈਕਟਰੀ ਲਗਾਓ। ਤਾਂ ਇਹ ਬਾਕੀ ਕੰਪਨੀਆਂ, ਬਾਹਰ ਵਾਲੀ ਕੰਪਨੀਆਂ ਨੂੰ ਵੀ ਦਿਖਦਾ ਕਿ ਹਾਂ ਭਾਰਤ ਵਿੱਚ ਮਜ਼ਦੂਰ ਬਹੁਤ ਹੈ, ਤੇ ਕਿਉਂਕਿ ਇੰਨੀ ਜ਼ਿਆਦਾ ਆਬਾਦੀ ਹੈ, ਮਜ਼ਦੂਰ ਬਹੁਤ ਹੀ ਸਸਤੇ ਵਿੱਚ ਮਿਲ ਜਾਣਗੇ, ਠੀਕ ਹੈ। ਤੇ ਇਹੀ ਤਾਂ ਚਾਹੁੰਦੇ ਆ, ਪੈਸੇ ਬਚ ਜਾਣ, ਤੇ ਮਤਲਬ ਬਾਕੀ ਦੇਸ਼ਾਂ ਤੋਂ ਸਸਤੇ ਵਿੱਚ ਭਾਰਤ ਵਿੱਚ ਮਜ਼ਦੂਰ ਮਿਲ ਰਹੇ, ਸਸਤੇ 'ਚ ਕੰਮ ਹੋ ਰਿਹਾ, ਸਸਤੇ ਸਮਾਨ ਤਿਆਰ ਹੋਊਗਾ, ਸਾਰੀ ਦੁਨੀਆ 'ਚੋਂ ਜ਼ਿਆਦਾ ਮੁਨਾਫਾ ਕਮਾ ਪਾਣਗੇ। ਪਰ ਪ੍ਰੋਬਲਮ ਕਿੱਥੇ ਆਉਂਦੀ ਹੈ, ਜਦੋਂ ਕੰਪਨੀਆਂ ਆ ਕੇ ਦੇਖਦੀਆਂ ਕਿ ਦੇਖੋ ਇੱਥੇ ਮਜ਼ਦੂਰ ਤਾਂ ਹੈਗੇ ਆ, ਪਰ ਜਿਹੜੇ ਮਜ਼ਦੂਰ ਹੈਗੇ ਆ ਇਹਨਾਂ ਵਿੱਚ ਕੋਈ ਹੁਨਰ ਨਹੀਂ ਹੈ। ਆਪਣੇ ਇੱਥੇ ਜ਼ਿਆਦਾਤਰ ਜਿਹੜੀ ਆਪਣੀ ਆਬਾਦੀ ਹੈ ਉਹ ਬਿਨਾਂ ਕਿਸੇ ਸਕਿੱਲ, ਬਿਨਾਂ ਕਿਸੇ ਹੁਨਰ ਤੋਂ ਹੈ। ਦੇਖੋ ਜ਼ਿੰਦਗੀ ਵਿੱਚ ਆਪਣਾ ਇੱਥੇ ਹੀ ਐਜੂਕੇਸ਼ਨ ਸਿਸਟਮ ਫੇਲ ਹੁੰਦਾ ਕਿ ਆਪਾਂ ਨੂੰ ਕਦੀ ਕੋਈ ਹੁਨਰ ਸਿਖਾਇਆ ਨਹੀਂ ਗਿਆ, ਨਾ ਸਕੂਲ ਨਾ ਕਾਲਜਸ ਵਿੱਚ। ਨਾ ਆਪਾਂ ਨੂੰ ਜਿਹੜੇ ਆਪਣੇ ਇੰਜੀਨੀਅਰਸ ਹੈ, ਨਾ ਉਹਨਾਂ ਨੂੰ ਇੰਜੀਨੀਅਰਿੰਗ ਚੰਗੀ ਤਰ੍ਹਾਂ ਆਈ ਹੈ, ਠੀਕ ਹੈ, ਕਿ ਇਦਾਂ ਨਹੀਂ ਕਿ ਕੋਡਿੰਗ, ਸੀਐਸਸੀ ਵਾਲੇ ਕੋਡਿੰਗ ਚੰਗੀ ਤਰ੍ਹਾਂ ਕਰ ਪਾਣ, ਇਲੈਕਟ੍ਰੀਕਲ ਕੰਮ ਆਉਂਦਾ ਹੋਵੇ, ਮਕੈਨੀਕਲ ਕੰਮ ਚੰਗੀ ਤਰ੍ਹਾਂ ਆਉਂਦਾ ਹੋਵੇ, ਸਿਵਲ ਦਾ ਕੰਮ ਚੰਗੀ ਤਰ੍ਹਾਂ, ਕਿਤੇ ਨਾ ਕਿਤੇ ਕਮੀਆਂ ਹੈਗੀਆਂ। ਕੰਪਨੀਆਂ ਹਾਇਰ ਨਹੀਂ ਕਰ ਸਕਦੀਆਂ ਇਦਾਂ ਕੱਚੇ ਲੋਕਾਂ ਨੂੰ, ਠੀਕ ਹੈ। ਤੇ ਇਸ ਤੋਂ ਚੰਗਾ ਜਿਹੜੇ ਕਈ ਸਿਰਫ ਆਪਣੇ ਹੁਨਰ ਉੱਤੇ ਵੀ ਧਿਆਨ ਦਿੰਦੇ ਆ, ਕੰਪਨੀਆਂ ਉਹਨਾਂ ਨੂੰ ਪ੍ਰੈਫਰ ਕਰਦੀਆਂ ਕਿ ਹਾਂ ਇਸ ਬੰਦੇ ਨੂੰ ਕੰਮ ਆਉਂਦਾ, ਇਸ ਬੰਦੇ ਨੂੰ ਆਪਾਂ ਰੱਖ ਲਈਏ। ਤੇ ਹੁਨਰ ਬਹੁਤ ਜ਼ਿਆਦਾ ਜ਼ਰੂਰੀ ਹੈ। ਸਕਿੱਲ ਇੰਡੀਆ, ਠੀਕ ਹੈ, ਸਕਿੱਲ ਇੰਡੀਆ ਮਿਸ਼ਨ, ਇਹ ਸਭ ਕੁਝ ਇਸੇ ਲਈ ਸ਼ੁਰੂ ਕੀਤਾ ਗਿਆ ਤਾਂ ਕਿ ਭਾਰਤ ਵਿੱਚ ਲੋਕਾਂ ਵਿੱਚ ਇਹ ਹੁਨਰ ਬਣਾਇਆ ਜਾ ਸਕੇ, ਤੇ ਜਿਹੜੀਆਂ ਫਿਰ ਫੋਰਨ ਦੀਆਂ ਕੰਪਨੀਆਂ ਉਹ ਜਦ ਨਿਵੇਸ਼ ਕਰਨਗੀਆਂ ਉਹਨਾਂ ਨੂੰ ਰੈਡੀਮੇਡ ਲੇਬਰ ਭਾਰਤ ਵਿੱਚ ਤਿਆਰ ਮਿਲੇ। ਤਾਂ ਆਪਾਂ ਮਨੁੱਖੀ ਪੂੰਜੀ ਲਈ ਇਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਸਿਹਤ ਬਹੁਤ ਜ਼ਰੂਰੀ ਹੈ। ਸਿਹਤ ਕਿਉਂ ਜ਼ਰੂਰੀ ਹੈ? ਦੇਖੋ ਜੇ ਤਾਂ ਤੁਹਾਡਾ ਬੰਦਾ ਵਾਰ-ਵਾਰ ਜਿਹੜੇ ਆਪਣੇ, ਆਪਾਂ ਕਦੋਂ ਕਵਾਂਗੇ ਕਿ ਬੰਦਾ ਆਪਣੀ ਆਰਥਿਕਤਾ ਵਿੱਚ ਕਿੰਨਾ ਯੋਗਦਾਨ ਪਾ ਰਿਹਾ। ਹੁਣ ਜਿੰਨੇ ਦਿਨ ਬੰਦਾ ਕੰਮ ਕਰੂਗਾ, ਜਿੰਨੇ ਘੰਟੇ ਬੰਦਾ ਕੰਮ ਕਰੂਗਾ, ਉਹੀ ਤਾਂ ਹੈਗੀ ਉਹਦੀ ਆਰਥਿਕਤਾ ਵਿੱਚ ਕੰਟਰੀਬਿਊਸ਼ਨ। ਜੇ ਬੰਦਾ ਬਿਮਾਰ ਹੀ ਪਿਆ ਰਿਹਾ, ਠੀਕ ਹੈ, ਤੇ ਲੈਟਸ ਸਪੋਜ਼ ਅੱਧਾ ਸਾਲ ਛੁੱਟੀ ਮਾਰੀ ਗਿਆ, ਤਾਂ ਉਹ ਬੰਦੇ ਦੀ ਤਾਂ ਛੁੱਟੀਆਂ ਜ਼ਿਆਦਾ, ਉਹਦੀ ਇਕਨੋਮੀ ਵਿੱਚ ਕੰਟਰੀਬਿਊਸ਼ਨ ਘੱਟ ਹੈ, ਉਹਦਾ ਯੋਗਦਾਨ ਘੱਟ ਹੈ। ਤਾਂ ਆਪਾਂ ਨੂੰ ਇੱਕ ਸਿਹਤਮੰਦ ਮਜ਼ਦੂਰ ਚਾਹੀਦੇ ਆ। ਉਹਦੇ ਲਈ ਆਪਾਂ ਨੂੰ ਉਹਨਾਂ ਦੀ ਸਿਹਤ ਇੰਸ਼ੋਰ ਕਰਨੀ ਬਹੁਤ ਜ਼ਰੂਰੀ ਹੈ ਕਿ ਸਿਹਤ ਮਿਲੇ। ਇਹਦੇ ਲਈ 3 ਹੁਣ ਪੜਾਵ ਹੁੰਦੇ ਆ ਤੁਹਾਡੇ, ਰੋਕਥਾਮੀਕਾਰੀ, ਉਪਚਾਰਕ ਤੇ ਸਮਾਜਕ। ਰੋਕਥਾਮਕ ਦਾ ਕੀ ਮਤਲਬ ਹੁੰਦਾ ਹੈ? ਇਹਦਾ ਮਤਲਬ ਹੁੰਦਾ ਹੈ ਕਿ ਦੇਖੋ ਆਪਾਂ ਬਿਮਾਰੀ ਹੋਣ ਹੀ ਨਾ ਦਈਏ। ਇਹ 2 ਤਰੀਕੇ ਨਾਲ ਹੋ ਸਕਦੀ ਹੈ। ਦੇਖੋ ਇੱਕ ਤਾਂ ਬੰਦੇ ਨੂੰ ਪੋਸ਼ਣ ਚੰਗਾ ਮਿਲੇ, ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਹਮੇਸ਼ਾ ਚੰਗਾ ਖਾਣ ਪੀਣ ਨੂੰ ਮਿਲੇ, ਨਿਊਟ੍ਰੀਸ਼ਨ ਪੂਰਾ ਰਵੇ। ਜਦੋਂ ਆਪਣੇ ਸਰੀਰ ਨੂੰ ਚੰਗਾ ਨਿਊਟ੍ਰੀਸ਼ਨ ਹਮੇਸ਼ਾ ਮਿਲੂਗਾ ਤਾਂ ਆਪਾਂ ਜ਼ਿਆਦਾ ਹੈਲਦੀ ਰਵਾਂਗੇ। ਦੂਜੀ ਚੀਜ਼ ਹੈ ਹਮੇਸ਼ਾ ਸਾਵਧਾਨੀ ਬਣਾਏ ਰੱਖਣਾ। ਦੇਖੋ ਇਹ ਸੋਚਣਾ ਕਿ ਮੈਨੂੰ ਤਾਂ ਕੋਈ ਬਿਮਾਰੀ ਹੋ ਹੀ ਨਹੀਂ ਸਕਦੀ, ਕੋਈ ਵੀ ਲਗਾ ਲਓ ਕਿ ਮੈਨੂੰ ਤਾਂ ਆਹ ਵਾਲੀ ਬਿਮਾਰੀ ਹੋ ਹੀ ਨਹੀਂ ਸਕਦੀ, ਇਦਾਂ ਨਹੀਂ ਹੁੰਦਾ। ਕਿਸੇ ਬੰਦੇ ਨੂੰ ਕੋਈ ਬਿਮਾਰੀ ਹੋ ਸਕਦੀ ਹੈ। ਸਾਵਧਾਨੀ ਲਗਾਤਾਰ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਇੱਕ ਇੰਗਲਿਸ਼ ਦੀ ਸਟੇਟਮੈਂਟ ਵੀ ਕਈ ਵਾਰੀ ਸੁਣੀ ਹੋਗੀ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਬਚਾਅ ਤੁਹਾਡੇ ਪੁਰਾਤਨ ਭਾਰਤ ਵਿੱਚ ਇੱਕ ਤੁਹਾਡੇ ਫਿਜ਼ੀਸ਼ੀਅਨ ਭਾਰਤ ਵਿੱਚ ਰਹੇ ਆ, ਚਰਕ ਨੇ ਇਹ ਚੀਜ਼ ਬੋਲੀ ਸੀ। ਉਸ ਤੋਂ ਬਾਅਦ ਤਾਂ ਹੀ ਇਹ ਵੈਸਟ ਵਿੱਚ ਬਾਅਦ ਚ ਗਈ ਹੈ, ਬਹੁਤ ਬਾਅਦ ਚ ਗਈ ਹੈ। ਚਰਕ ਨੇ ਬਹੁਤ ਟਾਈਮ ਪਹਿਲਾਂ ਕਹਿਤਾ ਸੀ ਕਿ ਦੇਖੋ ਆਪਣੇ ਇੱਥੇ ਜਿੰਨੀਆਂ ਬਿਮਾਰੀਆਂ ਹੁੰਦੀਆਂ, ਚਰਕ ਦਾ ਕੀ ਕਹਿਣਾ ਸੀ? ਚਰਕ ਦਾ ਇਹ ਕਹਿਣਾ ਸੀ ਕਿ ਆਪਾਂ ਨੂੰ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਬਾਡੀ ਦੇ ਅੰਦਰ 3 ਚੀਜ਼ਾਂ, ਆਪਣੀ ਬਾਡੀ 3 ਪ੍ਰਿੰਸੀਪਲ ਤੇ ਕੰਮ ਕਰਦੀ ਆ। ਉਹਨੇ ਕਿਹਾ ਸੀ ਵਟ, ਕਪ ਤੇ ਪਟ। ਹਾਂ, ਵਟ, ਪਟ ਤੇ ਕਪ, ਠੀਕ ਹੈ। ਇਹ ਜਿਹੜੀਆਂ 3 ਚੀਜ਼ਾਂ, ਇਹਦਾ ਮਤਲਬ ਕੀ ਹੈ? ਯਾਨੀ ਕਿ ਆਪਣੀ ਬਾਡੀ ਇੱਕ ਤਾਂ ਵੱਧਦੀ ਹੈ, ਗਰੋ ਕਰਦੀ ਹੈ, ਇੱਕ ਆਪਣੀ ਬਾਡੀ 'ਚ ਬਦਲਾਵ ਲਗਾਤਾਰ ਆਉਂਦੇ ਆ, ਤੇ ਤੀਜੀ ਚੀਜ਼ ਆਪਣੀ ਬਾਡੀ ਨੂੰ ਮੂਵਮੈਂਟ ਚਾਹੀਦੀ ਆ, ਠੀਕ ਹੈ। ਆਪਣੇ ਜੁਆਇੰਟਸ ਆ, ਲਗਾਤਾਰ ਉਹਨਾਂ ਨੂੰ ਮੂਵਮੈਂਟ ਚਾਹੀਦੀ ਆ, ਠੀਕ ਹੈ। ਜੇ ਇਹ 3 ਚੀਜ਼ਾਂ ਆਪਣੇ ਕਿਸੇ ਵੀ ਤਰੀਕੇ ਨਾਲ ਆਪਣੇ ਸਰੀਰ 'ਚ 3 ਚੀਜ਼ਾਂ 'ਚ ਪ੍ਰੋਬਲਮ ਆ ਜਾਊਗੀ, ਕਿਸ ਤਰੀਕੇ ਨਾਲ ਆਪਾਂ ਵਧਣੇ ਬੰਦ ਹੋ ਗਏ, ਆਪਣੀ ਬਾਡੀ ਦੇ ਅੰਦਰ ਜੋ ਟਰਾਂਸਫੋਰਮੇਸ਼ਨ ਉਹ ਬੰਦ ਹੋ ਗਈਆਂ, ਜਾਂ ਮਤਲਬ ਉਹਨਾਂ 'ਚ ਕੋਈ ਪ੍ਰੋਬਲਮ ਆ ਰਹੀ ਹੈ, ਜਾਂ ਆਪਾਂ ਚੱਲਦੇ ਫਿਰਦੇ ਘੱਟ ਹੈ, ਮੂਵਮੈਂਟ ਘੱਟ ਹੈ,
ਤਾਂ ਆਪਾਂ ਬਿਮਾਰ ਪਵਾਂਗੇ ਹੀ ਪਵਾਂਗੇ। ਤਾਂ ਸਾਵਧਾਨੀ ਲਈ ਆਹ ਤਿੰਨੋਂ ਚੀਜ਼ਾਂ ਨੂੰ ਹਮੇਸ਼ਾ ਮੇਨਟੇਨ ਕਰਕੇ ਰੱਖਣਾ ਜ਼ਰੂਰੀ ਹੈ ਤੇ ਬੰਦਾ ਹਮੇਸ਼ਾ ਤੰਦਰੁਸਤ ਬਣਿਆ ਰਹੂਗਾ। ਉਪਚਾਰਕ ਦਾ ਮਤਲਬ ਹੁੰਦਾ ਇਲਾਜ ਕਰਵਾਉਣਾ। ਦੇਖੋ ਇਹਦੇ ਲਈ ਬੰਦੇ ਦਾ ਟਾਈਮ ਸਿਰ ਇਲਾਜ ਹੋਣਾ ਜ਼ਰੂਰੀ ਹੈ। ਆਪਣੇ ਵੈਸਟਰਨ ਦਵਾਈਆਂ ਵੀ ਐਗਜ਼ਿਸਟ ਕਰਦੀਆਂ ਤੇ ਇਹਦੇ ਨਾਲ ਨਾਲ ਆਪਾਂ ਆਯੂਸ਼ ਜਿਹੜੀ ਤੁਹਾਡੇ ਮੰਤਰਾਲੇ ਵੀ ਬਣਾਏ ਗਏ ਸੈਂਟਰ ਉਹ ਵੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਆਯੂਸ਼ ਦਾ ਮਤਲਬ ਹੈ ਆਯੁਰਵੇਦਾ, ਯੋਗਾ, ਯੂਨਾਨੀ, ਸਿੱਧ ਤੇ ਹੋਮੋਪੈਥੀ। ਦੇਖੋ ਅੱਜ ਬਹੁਤ ਸਾਰੀ ਵੈਸਟਰਨ ਦੇਸ਼ਾਂ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉਹ ਕਿਤੇ ਨਾ ਕਿਤੇ ਆਪਣੇ ਹੀ ਇਹ ਸਾਰੇ ਸਿਸਟਮ ਤੋਂ ਲਈਆਂ ਹੋਈਆਂ। ਜਿਵੇਂ ਅੱਜ ਕੱਲ ਤੁਸੀਂ ਇੱਕ ਹੋਰ ਨਵਾਂ ਟ੍ਰੈਂਡ ਸੁਣੋਗੇ, ਡਿਟੌਕਸ ਕਰ ਲੈਂਦੇ ਆ। ਡਿਟੌਕਸ ਦਾ ਮਤਲਬ ਕੀ ਹੁੰਦਾ ਕਿ ਕੁਝ ਇਦਾਂ ਦੀਆਂ ਬਸ ਸਾਰਾ ਦਿਨ ਡਰਿੰਕਸ ਪੀਂਦੇ ਰਹਿਣਾ ਕਿ ਬੋਡੀ ਦੇ ਅੰਦਰ ਜਿੰਨਾ ਵੀ ਤੁਹਾਡੇ ਖਰਾਬ ਕਰਨ ਵਾਲੀਆਂ ਚੀਜ਼ਾਂ ਇਕੱਠੀਆਂ ਹੋਈਆਂ ਉਹ ਸਾਰੀਆਂ ਨਿਕਲ ਜਾਣ ਸਰੀਰ ਚੋਂ। ਠੀਕ ਹੈ, ਉਹਦੇ ਲਈ ਉਹ ਖਾਸ ਕੋਈ ਨਾ ਕੋਈ ਚੀਜ਼ਾਂ ਦੇ ਰਸ ਪੀਂਦੇ ਰਹਿੰਦੇ ਆ। ਇਹ ਜਿਹੜੀ ਚੀਜ਼ ਹੈ ਯੂਨਾਨੀ ਜਿਹੜਾ ਹੈਗਾ ਆਪਣਾ, ਯੂਨਾਨੀ ਦੇ ਅੰਦਰ ਇਹੀ ਹੁੰਦਾ ਹੈ ਕਿ ਇਦਾਂ ਦੀ ਚੀਜ਼ਾਂ ਪੀਂਦੇ ਰਹਿਣਾ ਤਾਂ ਕਿ ਬੋਡੀ ਦੇ ਅੰਦਰ ਜਿੰਨੇ ਵੀ ਖਰਾਬ ਕਰਨ ਵਾਲੀਆਂ ਚੀਜ਼ਾਂ ਉਹ ਸਾਰੀਆਂ ਜਿੰਨੀਆਂ ਇਕੱਠੀਆਂ ਹੋਈਆਂ ਉਹ ਸਾਰੀ ਨਿਕਲ ਜਾਣ ਸਰੀਰ ਚੋਂ। ਤਾਂ ਆਪਾਂ ਆਪਣਾ ਸਿਸਟਮ ਵੀ ਪ੍ਰਮੋਟ ਕਰਨਾ ਚਾਹੁੰਦੇ ਆ ਕਿਉਂਕਿ ਇਹ ਚੱਲ ਤਾਂ ਰਿਹਾ ਦੁਨੀਆ 'ਚ, ਅੱਡ ਨਾਮ ਤੋਂ ਚੱਲ ਰਹੇ ਆ। ਠੀਕ ਹੈ, ਉਹਨਾਂ ਨੇ ਆਪਣੇ ਨਾਮ ਰੱਖ ਲਏ ਵੈਸਟ ਵਿੱਚ, ਪਰ ਕਿਤੇ ਨਾ ਕਿਤੇ ਆਪਣਾ ਬਹੁਤ ਹੀ ਪੁਰਾਣੇ ਸਿਸਟਮ ਹੈ ਤੇ ਆਪਾਂ ਲੋਕਾਂ ਨੂੰ ਇੱਕ ਦੁਆਰਾ ਜੋੜਨਾ ਚਾਹੁੰਦੇ ਹਾਂ। ਤੀਜਾ ਹੈਗਾ ਸਮਾਜਿਕ। ਸਮਾਜਿਕ ਦਾ ਮਤਲਬ ਹੁੰਦਾ ਦੇਖੋ ਜਾਗਰੂਕਤਾ ਫੈਲਾਣਾ। ਲੋਕਾਂ 'ਚ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ, ਇਲਾਜਾਂ ਨੂੰ ਲੈ ਕੇ ਬਹੁਤ ਸਾਰੀਆਂ ਨਾ ਗਲਤ ਫਹਿਮੀਆਂ ਤੇ ਇਦਾਂ ਦੀਆਂ ਚੀਜ਼ਾਂ ਪੈਦਾ ਹੋਈਆਂ ਹੁੰਦੀਆਂ, ਉਹ ਸਭ ਨੂੰ ਦੂਰ ਕਰਨਾ। ਜਿਵੇਂ ਹਜੇ ਵੀ ਬਹੁਤ ਸਾਰੇ ਲੋਕਾਂ ਨੇ ਕੋਵਿਡ ਦੀ ਵੈਕਸੀਨ ਨਹੀਂ ਲਗਵਾਈ ਆ। ਉਹਦਾ ਨਾਂ ਲਗਵਾਉਣ ਦਾ ਕਾਰਨ ਇਹੀ ਹੈ ਕਿ ਲੋਕਾਂ 'ਚ ਬਹੁਤ ਸਾਰੇ ਰਿਊਮਰ ਹੈ ਕਿ ਮੌਤ ਵੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਦੇਖੋ ਉਹਦਾ ਕਾਰਨ ਹੈ ਕਿ ਪ੍ਰੋਪਰ ਨੌਲੇਜ ਨਾ ਹੋਣਾ। ਹੁਣ ਹੋਈ ਹੈ ਲੋਕਾਂ ਦੀ ਵੈਕਸੀਨ ਲਗਵਾ ਕੇ ਮੌਤ ਵੀ, ਪਰ ਕਈ ਮੌਤਾਂ ਜੇ ਤੁਸੀਂ ਸਰਕਾਰ ਦਾ ਜੋ ਆਪਣਾ ਹੈ, ਦੇਖੋ ਲੋਕਾਂ ਨੂੰ ਵੈਕਸੀਨ ਦੀ ਸਹੀ ਸਮਝ ਨਹੀਂ ਹੈਗੀ। ਲੋਕਾਂ ਨੇ ਵੈਕਸੀਨ ਨੂੰ ਇਹ ਸੋਚਿਆ ਕਿ ਇਲਾਜ ਹੈ। ਤਾਂ ਹੋਇਆ ਕੀ ਕਿ ਕਈ ਵਾਰੀ ਕੋਈ ਬਿਮਾਰ ਜਿਵੇਂ ਹੋਣ ਲੱਗਿਆ, ਉਹਨੂੰ ਥੋੜੀ ਬਹੁਤੀ ਬਿਮਾਰੀ ਲੱਗਣ ਲੱਗੀ ਕੋਵਿਡ ਦੀ, ਉਹ ਨਾਲ ਦੀ ਨਾਲ ਵੈਕਸੀਨ ਵੀ ਲਗਵਾਉਣ ਚਲਾ ਗਿਆ। ਦੇਖੋ ਹੁੰਦਾ ਕੀ ਹੈ, ਵੈਕਸੀਨ ਆਪਣੇ ਆਪ 'ਚ ਕੋਈ ਇਲਾਜ ਨਹੀਂ ਹੁੰਦਾ। ਹੋਰ ਵੀ ਵੈਕਸੀਨ ਆਪਾਂ ਲਗਵਾਉਂਦੇ ਹਾਂ, ਪੋਲੀਓ ਬਚਪਨ ਤੋਂ ਸ਼ੁਰੂ ਹੋ ਜਾਂਦੀ ਹੈ। ਵੈਕਸੀਨ ਕਰਦਾ ਕੀ ਹੈ, ਆਪਣੇ ਜਿਹੜਾ ਬੋਡੀ ਦਾ ਖੁਦ ਦਾ ਇਮਿਊਨ ਸਿਸਟਮ ਹੈ, ਜਿਹੜਾ ਆਪਣਾ ਖੁਦ ਦਾ ਡਿਫੈਂਸ ਸਿਸਟਮ ਹੈ, ਵੈਕਸੀਨ ਦੇ ਅੰਦਰ ਜਿਹੜਾ ਆਪਾਂ ਸ਼ਾਟ ਲੈਨੇ ਆ, ਠੀਕ ਹੈ, ਜਾਂ ਪੋਲੀਓ ਦੀਆਂ 2 ਬੂੰਦਾਂ ਹੁੰਦੀਆਂ, ਇਹ ਸਾਰੀ ਚੀਜ਼ਾਂ ਦੇ ਅੰਦਰ ਉਹ ਵਾਇਰਸ ਹੀ ਹੁੰਦਾ। ਠੀਕ ਹੈ, ਜਿਹੜਾ ਵਾਇਰਸ ਹੁੰਦਾ ਜਾਂ ਤਾਂ ਉਹਨੂੰ ਕਮਜ਼ੋਰ ਕਰ ਦਿੱਤਾ ਜਾਂਦਾ ਜਾਂ ਉਹਨੂੰ ਮਾਰ ਦਿੱਤਾ ਜਾਂਦਾ ਹੈ। ਬਸ ਜਿਵੇਂ ਉਹ ਵਾਇਰਸ ਆਪਣੀ ਬੋਡੀ ਜਾਊਗਾ, ਜਿਹੜਾ ਆਪਣਾ ਖੁਦ ਦਾ ਇਮਿਊਨ ਸਿਸਟਮ ਹੈ ਉਹ ਰਿਸਪੌਂਸ ਜਨਰੇਟ ਕਰੂਗਾ, ਉਹਨਾਂ ਲੜੂਗਾ ਕਿਉਂਕਿ ਕੋਈ ਬਾਹਰਲੀ ਬੋਡੀ 'ਚ ਘੁਸ ਗਈ ਹੈ, ਆਪਣੀ ਸਰੀਰ 'ਚ ਘੁਸ ਗਈ ਹੈ, ਉਹਨਾਂ ਲੜਦਾ। ਫਿਰ ਉਹ ਲੜੂਗਾ ਤਾਂ ਉਹ ਸਿੱਖ ਜੂਗਾ ਕਿ ਇਦਾਂ ਦਾ ਜੇ ਵਾਇਰਸ ਸਰੀਰ ਦੇ ਅੰਦਰ ਆਉਂਦਾ, ਇਹਨਾਂ ਲੜਨਾ ਕਿੱਦਾਂ। ਜਦੋਂ ਉਹ ਇੱਕ ਵਾਰੀ ਸਿੱਖ ਗਿਆ, ਉਦੋਂ ਬਾਅਦ ਉਹ ਵਾਇਰਸ ਕਦੀ ਵੀ ਆਪਣੇ ਸਰੀਰ ਵਿੱਚ ਆਊਗਾ ਨਾ, ਆਪਣੇ ਸਰੀਰ ਨੂੰ ਪਤਾ, ਆਪਣੇ ਇਮਿਊਨ ਸਿਸਟਮ ਨੂੰ ਪਤਾ ਹੈ ਕਿ ਕੀ ਰਿਸਪੌਂਸ ਦੇਣਾ, ਫਿਰ ਆਪਾਂ ਕਦੀ ਵੀ ਸੀਰੀਅਸਲੀ ਬਿਮਾਰ ਪਵਾਂਗੇ ਹੀ ਨਹੀਂ। ਠੀਕ ਹੈ, ਇਸ ਤਰੀਕੇ ਨਾਲ। ਤਾਂ ਇਸ ਲਈ ਹੁਣ ਦੇਖੋ ਤੁਹਾਡੇ ਆਰਥਿਕਤਾ ਦੀ ਗੱਲ ਅੱਗੇ ਕਰੀਏ ਤਾਂ ਆਪਣੇ ਆਰਥਿਕਤਾ ਵਿੱਚ 3 ਸੈਕਟਰ ਹੁੰਦੇ ਆ। ਇਕਨੋਮੀ ਨੂੰ ਆਪਾਂ 3 ਹਿੱਸਿਆਂ ਵਿੱਚ ਵੰਡ ਸਕਦੇ ਹਾਂ, ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ ਤੇ ਤੀਜੇ ਦਰਜੇ ਦਾ ਸੈਕਟਰ। ਦੇਖੋ ਪ੍ਰਾਇਮਰੀ ਸੈਕਟਰ ਰੈਫਰ ਕੀਤਾ ਜਾਂਦਾ ਜਿੱਥੇ ਕੱਚੇ ਮਾਲ ਦੀ ਗੱਲ ਹੋਵੇ। ਠੀਕ ਹੈ, ਜਿਵੇਂ ਆਪਣਾ ਖੇਤੀ ਹੋ ਗਈ, ਆਪਣੇ ਮੱਛੀ ਫੰਡ ਦਾ ਕੰਮ ਹੋ ਗਿਆ। ਠੀਕ ਹੈ, ਇੱਥੇ ਸਾਰਾ ਕੱਚਾ ਮਾਲ ਹੈ, ਇਹਨੂੰ ਆਪਾਂ ਪ੍ਰਾਇਮਰੀ ਸੈਕਟਰ ਕਹਿੰਦੇ ਆ। ਜਿੱਥੇ ਵੀ ਕੱਚਾ ਮਾਲ ਨਿਕਲਦਾ ਆਪਣੀ ਇਕਨੋਮੀ 'ਚ, ਉਹਨੂੰ ਆਪਾਂ ਪ੍ਰਾਇਮਰੀ ਸੈਕਟਰ ਕਹਿੰਦੇ ਆ। ਦੇਖੋ ਪ੍ਰਾਇਮਰੀ ਸੈਕਟਰ 'ਚ ਬਸ ਕੱਚੇ ਮਾਲ ਲਈ ਆਪਾਂ ਜਿੱਥੇ ਮਾਈਨਿੰਗ ਹੁੰਦੀ ਹੈ ਨਾ, ਉਹ ਨਹੀਂ ਇੱਕ ਪ੍ਰਾਇਮਰੀ ਸੈਕਟਰ 'ਚ ਕਾਊਂਟ ਕਰਦੇ, ਉਹ ਸੈਕੰਡਰੀ ਵਿੱਚ ਕਾਊਂਟ ਹੁੰਦੀ ਹੈ ਕਿਉਂਕਿ ਉਹਦੇ ਲਈ ਨਾ ਸਕਿੱਲ ਥੋੜੀ ਜ਼ਿਆਦਾ ਚਾਹੀਦੀ ਹੁੰਦੀ ਹੈ। ਇਸ ਕਾਰਨ ਜਿਹੜੀ ਮਾਈਨਿੰਗ ਹੈ, ਇਹ ਚੀਜ਼ ਯਾਦ ਰੱਖਿਓ, ਕਦੇ ਪੇਪਰ ਵਿੱਚ ਯਾਦ ਹੈ, ਉਹਨੂੰ ਸੈਕੰਡਰੀ ਸੈਕਟਰ 'ਚ ਕਾਊਂਟ ਕਰਦੇ ਆ। ਨਹੀਂ ਤਾਂ ਸੈਕੰਡਰੀ ਸੈਕਟਰ 'ਚ ਵੈਸੇ ਸਾਰੀ ਦੀ ਸਾਰੀ ਮੈਨੂਫੈਕਚਰਿੰਗ ਆਉਂਦੀ ਹੈ, ਜਿੱਥੇ ਹੁਣ ਜਿਹੜਾ ਕੱਚਾ ਮਾਲ ਆਇਆ ਸੀ, ਜਿਵੇਂ ਲੈਟਸ ਸਪੋਜ਼ ਆਪਾਂ ਇੱਥੋਂ ਕਾਟਨ ਕੱਢੀ, ਠੀਕ ਹੈ, ਤੇ ਕਾਟਨ ਤੋਂ ਹੁਣ ਆਪਾਂ ਕੋਈ ਸ਼ਰਟ ਬਣਾਉਣ ਲੱਗੇ ਆ। ਸ਼ਰਟ ਜਿਹੜੀ ਬਣੂਗੀ ਇੱਕ ਫੈਕਟਰੀ ਦੇ ਅੰਦਰ ਬਣੂਗੀ, ਪਹਿਲਾਂ ਉਹਦੇ ਧਾਗੇ ਬਣਾਏ ਜਾਣਗੇ, ਫਿਰ ਸ਼ਰਟ ਬਣੂਗੀ। ਉਹ ਸਭ ਕੁਝ ਜਿਹੜੀ ਮੈਨੂਫੈਕਚਰਿੰਗ ਹੋ ਰਹੀ ਹੈ ਉਹ ਸੈਕੰਡਰੀ ਸੈਕਟਰ ਵਿੱਚ ਹੁੰਦੀ ਹੈ। ਇੱਥੇ ਸਾਰੀ ਚੀਜ਼ਾਂ ਬਣਾਈਆਂ ਜਾਂਦੀਆਂ। ਠੀਕ ਹੈ, ਜਿਵੇਂ ਕਾਰਾਂ ਹੋ ਗਈਆਂ, ਫਿਰ ਤੁਹਾਡਾ ਕੋਈ ਵੀ ਫੂਡ ਹੋ ਗਿਆ, ਖਾਣਾ ਬਣ ਰਿਹਾ, ਕੁਝ ਵੀ ਹੋ ਰਿਹਾ, ਉਹ ਸਭ ਕੁਝ ਇੱਥੇ ਆ ਗਿਆ। ਠੀਕ ਹੈ, ਖਿਡੌਣੇ ਬਣ ਰਹੇ, ਕੁਝ ਵੀ ਬਣ ਰਿਹਾ, ਉਹ ਸਭ ਕੁਝ ਇੱਥੇ ਆ ਗਿਆ। ਠੀਕ ਹੈ, ਤੀਜੇ
ਦਰਜੇ ਦਾ ਸੈਕਟਰ ਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਜਿਹੜੀਆਂ ਆਪਣੀਆਂ ਸਰਵਿਸਿਜ਼ ਹੈ। ਜਿਵੇਂ ਤੁਸੀਂ ਰੈਸਟੋਰੈਂਟ ਖਾਣਾ ਖਾਣ ਗਏ ਹੋ, ਦੇਖੋ ਹੁਣ ਜਿਹੜੇ ਰੈਸਟੋਰੈਂਟ ਖਾਣਾ ਖਾਣ ਗਏ ਹੋ ਉੱਥੇ ਜਿੰਨੀਆਂ ਵੀ ਚੀਜ਼ਾਂ, ਜਿਵੇਂ ਬ੍ਰੈਡ ਕਿਸੇ ਫੈਕਟਰੀ ਤੋਂ ਬਣ ਕੇ ਆਈ, ਸੈਂਡਵਿਚ ਆਰਡਰ ਕੀਤਾ ਲੈਟਸ ਸਪੋਜ਼ ਤੁਸੀਂ, ਬ੍ਰੈਡ ਕਿਸੇ ਫੈਕਟਰੀ ਤੋਂ ਬਣ ਕੇ ਆਈ ਹੈ, ਉਹਨਾਂ ਨੇ ਵੀਟ ਵੂਟ ਯੂਜ਼ ਕੀਤੀ, ਬ੍ਰੈਡ ਬਣਾ ਕੇ ਭੇਜਤੀ ਆ। ਜਿਹੜੀਆਂ ਸਬਜ਼ੀਆਂ ਸੀਗੀਆਂ ਉਹ ਸਾਰੀ ਖੇਤਾਂ ਤੋਂ ਆਈਆਂ, ਉਹ ਪ੍ਰਾਇਮਰੀ ਸੈਕਟਰ ਹੈ। ਬ੍ਰੈਡ ਜਿੱਥੋਂ ਬਣ ਕੇ ਆਈ ਉਹ ਸੈਕੰਡਰੀ ਸੈਕਟਰ ਹੈ। ਉਹਨਾਂ ਨੇ ਕੀ ਕੀਤਾ, ਬਸ ਸਾਰੀ ਚੀਜ਼ਾਂ ਨੂੰ ਜੋੜ ਕੇ ਤੁਹਾਨੂੰ ਸਰਵ ਕਰਕੇ ਦਿੱਤਾ। ਇਹ ਹੈ ਸਰਵਿਸ, ਜਿਹੜੀ ਚੀਜ਼ ਤਿਆਰ ਹੋ ਚੁੱਕੀ ਹੈ ਬਸ ਹੁਣ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ। ਜਿਵੇਂ ਹੁਣ ਤੁਸੀਂ ਕੱਪੜੇ ਖਰੀਦਣ ਜਾਂਦੇ ਹੋ, ਹੁਣ ਤੁਸੀਂ ਕੱਪੜੇ ਖਰੀਦਣ ਫੈਕਟਰੀ ਥੋੜੀ ਜਾਂਦੇ ਹੋ, ਤੁਸੀਂ ਕੱਪੜੇ ਖਰੀਦਣ ਕਿਸੇ ਦੁਕਾਨ ਜਾਂਦੇ ਹੋ। ਹੁਣ ਦੁਕਾਨ ਵਾਲਾ ਖੁਦ ਥੋੜੀ ਕੱਪੜੇ ਬਣਾ ਰਿਹਾ, ਉਹ ਕਿਤੋਂ ਕੱਪੜੇ ਖਰੀਦ ਕੇ ਲਿਆ ਰਿਹਾ, ਵਿੱਚ ਆਪਣਾ ਥੋੜਾ ਜਿਹਾ ਮੁਨਾਫਾ ਰੱਖ ਰਿਹਾ ਤੇ ਉਸ ਤੋਂ ਬਾਅਦ ਤੁਹਾਨੂੰ ਕੱਪੜੇ ਅੱਗੇ ਵੇਚ ਰਿਹਾ। ਇਹ ਹੈਗਾ ਤੀਜੇ ਦਰਜੇ ਦਾ ਸੈਕਟਰ। ਠੀਕ ਹੈ, ਇਸ ਤਰੀਕੇ ਨਾਲ ਤੁਹਾਡੀ ਜਿਹੜੀ ਆਰਥਿਕਤਾ ਹੈਗੀ ਹੈ ਉਹ 3 ਸੈਕਟਰਸ ਵਿੱਚ ਕੰਮ ਕਰਦੀ ਹੈ ਤੇ 3 ਤਰੀਕੇ ਨਾਲ ਇਸ ਤਰੀਕੇ ਨਾਲ ਬਣੀ ਹੋਈ ਹੈ। ਠੀਕ ਹੈ, ਹੁਣ ਆਪਾਂ ਗੱਲ ਕਰੀਏ ਕਿ ਦੇਖੋ ਆਪਣੇ ਇੱਥੇ ਵਰਕਰ ਕਿੱਦਾਂ ਵੰਡੇ ਹੋਏ ਹੈ। ਆਪਣੇ ਇੱਥੇ ਜ਼ਿਆਦਾਤਰ ਆਹ ਤਿੰਨੋਂ ਸੈਕਟਰਾਂ ਵਿੱਚ ਗੱਲ ਕੀ ਹੈ ਕਿ ਦੇਖੋ ਅੱਜ ਵੀ ਆਪਣੀ ਜੋ ਜ਼ਿਆਦਾਤਰ ਆਬਾਦੀ ਹੈ ਨਾ 50% ਤੋਂ ਵੀ ਜ਼ਿਆਦਾ, ਉਹ ਪ੍ਰਾਇਮਰੀ ਸੈਕਟਰ ਤੇ ਹੀ ਡਿਪੈਂਡ ਕਰਦੀ ਹੈ। ਠੀਕ ਹੈ, ਕਿਤੇ ਨਾ ਕਿਤੇ ਉਹ ਪ੍ਰਾਇਮਰੀ ਸੈਕਟਰ ਤੇ ਡਿਪੈਂਡ ਕਰਦੀ ਹੈ। ਅੱਜ ਵੀ ਆਪਣੇ ਲੋਕ ਜ਼ਿਆਦਾਤਰ ਖੇਤੀਬਾੜੀ, ਮੱਛੀ ਫੜਨ, ਇਹੀ ਕੰਮਾਂ 'ਚ ਲੱਗੇ ਹੋਏ ਆ। ਸਭ ਤੋਂ ਜ਼ਿਆਦਾ ਜਿਹੜੀ ਕਮਾਈ ਹੈ ਉਹ ਤੀਜੇ ਦਰਜੇ ਦੇ ਸੈਕਟਰ ਵਿੱਚ ਹੈ। ਦੇਖੋ ਜਿਹੜੀ ਸਰਵਿਸਿਜ਼ ਹੈ ਇਹਦੇ ਲਈ ਸਕਿੱਲ ਜ਼ਿਆਦਾ ਚਾਹੀਦੀ ਹੈ, ਇਹਦੇ ਕਾਰਨ ਇਹਦੇ ਲਈ ਪੈਸੇ ਵੀ ਜ਼ਿਆਦਾ ਮਿਲਦੇ ਆ। ਇਸ ਕਾਰਨ ਭਾਰਤ ਦੀ ਜਿਹੜੀ ਜੀਡੀਪੀ ਹੈ 60% ਜੀਡੀਪੀ ਸਿਰਫ ਆ ਤੀਜੇ ਸੈਕਟਰ ਤੋਂ ਬਣਦੀ ਹੈ। ਇੱਥੇ 50% ਚਾਹੇ ਆਬਾਦੀ ਲੱਗੀ ਹੋਈ ਹੈ ਪਰ ਇਹ ਭਾਰਤ ਦਾ ਸਿਰਫ 15% ਜੀਡੀਪੀ ਦਾ ਹਿੱਸਾ ਬਣਾਉਂਦਾ ਹੈ। ਹੁਣ ਇਹਦੇ ਕਾਰਨ ਕੀ ਹੈ, ਦੇਖੋ ਆਪਣੀ ਦਾ ਸਿਰਫ 15% ਪੈਸਾ ਜਨਰੇਟ ਕਰ ਰਹੀ ਹੈ। 50% ਤੋਂ ਜ਼ਿਆਦਾ ਆਬਾਦੀ ਭਾਰਤ ਦਾ ਸਿਰਫ 15% ਪੈਸਾ ਜਨਰੇਟ ਕਰ ਰਹੀ ਹੈ, ਤਾਂ ਆਬਵੀਅਸਲੀ ਇਸੇ ਕਾਰਨ ਇਹ ਸੈਕਟਰਾਂ ਵਿੱਚ ਗਰੀਬੀ ਜ਼ਿਆਦਾ ਹੈ। ਦੂਜੇ ਪਾਸੇ ਆਹ ਜਿਹੜਾ ਤੀਜਾ ਸੈਕਟਰ ਹੈ, ਸਰਵਿਸ ਸੈਕਟਰ ਹੈ, ਇੱਥੇ ਆਪਣੀ ਭਾਰਤ ਦੀ ਅਰਾਊਂਡ 18% ਆਬਾਦੀ ਹੀ ਲੱਗੀ ਹੋਈ ਹੈ, ਪਰ ਇਹ 18% ਲੋਕ 60% ਪੈਸਾ ਜਨਰੇਟ ਕਰ ਰਹੇ ਆ। ਇਸੇ ਕਾਰਨ ਜਿਹੜੇ ਆਈਟੀ ਵਿੱਚ ਕੰਮ ਕਰ ਰਹੇ ਆ, ਇਹ ਸਾਰੀ ਚੀਜ਼ਾਂ ਵਿੱਚ ਕੰਮ ਕਰ ਰਹੇ ਆ, ਠੀਕ ਹੈ, ਮੂਵੀ ਸਟਾਰਸ ਹੋ ਗਏ, ਐਂਟਰਟੇਨਮੈਂਟ ਵਿੱਚ ਕੰਮ ਕਰ ਰਹੇ, ਇੱਥੇ ਤਾਂ ਹੀ ਪੈਸਾ ਜ਼ਿਆਦਾ ਹੈ। ਠੀਕ ਹੈ, ਕਿਉਂਕਿ ਇਹਦੇ ਲਈ ਪੈਸਾ ਜ਼ਿਆਦਾ ਮਿਲਦਾ ਹੈ, ਇਸ ਚੀਜ਼ ਦੀ ਰਿਐਲਿਟੀ ਹੈ। ਜਿਹੜਾ ਆਪਣਾ ਆਹ ਸੈਕੰਡਰੀ ਸੈਕਟਰ ਹੈ ਭਾਰਤ ਵਿੱਚ ਕਦੀ ਹਜੇ ਪ੍ਰੋਪਰਲੀ ਗਰੋ ਨਹੀਂ ਕਰ ਪਾਇਆ। ਭਾਰਤ ਵਿੱਚ ਇਹਨੂੰ ਆਪਾਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਆਪਣਾ ਮੇਕ ਇਨ ਇੰਡੀਆ ਹੈ ਉਹ 'ਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਭਾਰਤ ਜ਼ਿਆਦਾ ਤੋਂ ਜ਼ਿਆਦਾ ਫੈਕਟਰੀਆਂ ਖੁੱਲ ਸਕਣ, ਕਿਉਂਕਿ ਹੋਊਗਾ ਕਿ ਆਪਾਂ ਦੇਖੋ ਇੱਥੋਂ ਆਹ ਜਿਹੜੀ ਐਕਸੈਸ ਵਿੱਚ ਵਰਕ ਫੋਰਸ ਹੈਗੀ ਹੈ, ਜਿਹੜੇ ਆਹ ਪ੍ਰਾਇਮਰੀ ਸੈਕਟਰ 'ਚ ਹੈ, ਆਪਾਂ ਇਹਨਾਂ ਨੂੰ ਇੱਥੇ ਸ਼ਿਫਟ ਕਰਨਾ ਚਾਹੁੰਦੇ ਹਾਂ। ਕਿਉਂਕਿ ਜਿਹੜਾ ਤੀਜੇ ਦਰਜੇ ਦਾ ਸੈਕਟਰ ਹੈ ਇੱਥੇ ਨੌਕਰੀਆਂ ਵੀ ਘੱਟ ਆਉਂਦੀਆਂ। ਜੇ ਨੌਕਰੀਆਂ ਆਪਾਂ ਨੂੰ ਭਾਰਤ ਵਿੱਚ ਜਨਰੇਟ ਕਰਨੀਆਂ ਨਾ, ਆਪਾਂ ਨੂੰ ਫੈਕਟਰੀਆਂ ਜ਼ਿਆਦਾ ਚਾਹੀਦੀਆਂ, ਸੈਕੰਡਰੀ ਸੈਕਟਰ ਜ਼ਿਆਦਾ ਚਾਹੀਦਾ। ਸੈਕੰਡਰੀ ਸੈਕਟਰ ਜਿੰਨਾ ਵਧੂਗਾ ਭਾਰਤ ਵਿੱਚ ਉਨੀਆਂ ਜ਼ਿਆਦਾ ਨੌਕਰੀਆਂ ਵਧਣਗੀਆਂ। ਤਾਂ ਇਸ ਲਈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਇੱਥੇ ਫੈਕਟਰੀਆਂ ਹੋਰ ਲੱਗਣ, ਸਾਰੇ ਦੁਨੀਆ ਦੀ ਫੈਕਟਰੀਆਂ ਇੱਥੇ, ਸਾਰੀ ਦੁਨੀਆ ਕੰਪਨੀਆਂ ਇੱਥੇ ਨਿਵੇਸ਼ ਕਰਨ, ਇੱਥੇ ਹੀ ਕੰਮ ਵਧੂਗਾ, ਲੋਕਾਂ ਨੂੰ ਨੌਕਰੀਆਂ ਮਿਲਣ ਲੱਗਣਗੀਆਂ, ਲੋਕੀ ਐਗਰੀਕਲਚਰ ਤੋਂ, ਮੱਛੀ ਫੜਨ ਤੋਂ ਇਸ ਪਾਸੇ ਨੂੰ ਸ਼ਿਫਟ ਹੋਣੇ ਸ਼ੁਰੂ ਹੋਣਗੇ ਤੇ ਫਿਰ ਲੋਕਾਂ ਨੂੰ ਠੀਕ ਠਾਕ ਕਮਾਈ ਵੀ ਮਿਲੂਗੀ। ਆਪਣੇ ਭਾਰਤ ਦੀ ਤਰੱਕੀ ਸੈਕੰਡਰੀ ਸੈਕਟਰ ਵਿੱਚ ਵੀ ਵਧੂਗੀ, ਜਿਹੜਾ ਹਜੇ ਭਾਰਤ ਵਿੱਚ ਚੰਗੀ ਤਰ੍ਹਾਂ ਵੱਧ ਨਹੀਂ ਪਾਇਆ। ਆਪਣੇ ਇੱਥੇ ਵੱਡੀਆਂ ਫੈਕਟਰੀਆਂ ਬਹੁਤ ਘੱਟ ਹੈ, ਜ਼ਿਆਦਾਤਰ ਛੋਟੀਆਂ ਫੈਕਟਰੀਆਂ। ਠੀਕ ਹੈ, ਜੇ ਤੁਸੀਂ ਆਪਣੇ ਸ਼ਹਿਰਾਂ ਵਿੱਚ ਵੀ ਦੇਖੋਗੇ, ਕਿਸੇ ਵਿੱਚ ਵੀ ਦੇਖੋਗੇ, ਵੱਡੀ ਫੈਕਟਰੀ ਇੱਕ ਅੱਧੀ ਹੁੰਦੀ ਹੈ। ਠੀਕ ਹੈ, ਛੋਟੇ ਸ਼ਹਿਰਾਂ ਵਿੱਚ ਤਾਂ, ਪਰ ਛੋਟੀਆਂ ਬਹੁਤ ਸਾਰੀਆਂ ਹੋਣਗੀਆਂ ਜਿੱਥੇ 5, 7, 10, 15 ਮਜ਼ਦੂਰ ਕੰਮ ਕਰ ਰਹੇ, ਛੋਟੀਆਂ ਫੈਕਟਰੀਆਂ। ਠੀਕ ਹੈ, ਇਹ ਆਪਣੇ ਭਾਰਤ ਵਿੱਚ ਬਹੁਤ ਸਾਰੀਆਂ, ਪਰ ਵੱਡੇ ਸਕੇਲ ਦੀਆਂ ਜਿੱਥੇ ਹਜ਼ਾਰੋਂ ਵਰਕਰ ਕੰਮ ਕਰ ਰਹੇ ਆ, ਉਹ ਇੱਕ ਅੱਧੀ ਹੁੰਦੀ ਹੈ। ਠੀਕ ਹੈ, ਉਹ ਵੀ ਰੇਅਰ ਹੈ। ਠੀਕ ਹੈ, ਇਸੇ ਲਈ ਆਪਣੇ ਇੱਥੇ ਆਹੀ ਚੀਜ਼ ਇੱਥੇ ਵੀ ਦਿਖਾਈ ਹੈ ਕਿ ਆਪਣੇ ਇੱਥੇ ਜ਼ਿਆਦਾਤਰ ਖੇਤੀਬਾੜੀ ਵਿੱਚ ਲੋਕ ਲੱਗੇ ਹੋਏ ਆ, ਸਰਵਿਸਿਜ਼ ਵਿੱਚ ਸਿਰਫ 25% ਲੋਕ ਹੈ ਤੇ ਮੈਨੂਫੈਕਚਰਿੰਗ ਵਿੱਚ ਉਦੋਂ ਵੀ ਘੱਟ ਹੈ। ਠੀਕ ਹੈ, ਤੇ ਇਸ ਤਰੀਕੇ ਨਾਲ ਆ ਚੀਜ਼। ਹੁਣ ਦੇਖੋ ਆਪਣੇ ਆਪ ਵਿੱਚ ਜਿਹੜੀ ਨੌਕਰੀ ਹੁੰਦੀ ਹੈ ਉਹ 3 ਤਰੀਕੇ ਨਾਲ ਤੁਸੀਂ ਕੰਮ ਕਰ ਸਕਦੇ ਹੋ। ਠੀਕ ਹੈ, ਇੱਕ ਹੈਗਾ ਸਵੈਮ ਰੋਜ਼ਗਾਰੀ, ਯਾਨੀ ਕਿ ਆਪਣੇ ਆਪ ਦੀ ਖੁਦ ਹੀ ਕੋਈ ਨਾ ਕੋਈ ਆਪਣੇ ਲਈ ਕੰਮ ਲੱਭ ਲੈਣਾ। ਹੁਣ ਇਹ ਹੈ ਕਿ ਦੇਖੋ ਆਪਣੇ ਭਾਰਤ ਦੇ 52% ਜਿਹੜੇ ਲੋਕ ਆ ਉਹ ਕਿਸ ਤਰੀਕੇ ਨਾਲ ਇਸੇ 'ਚ ਇਨਵੋਲਵਡ, ਜਿਹੜੇ ਨੌਕਰੀਆਂ ਕਰ ਰਹੇ ਆ, ਮਤਲਬ ਜਿਹੜੇ ਕੰਮ ਕਰ ਰਹੇ ਆ, ਉਹ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਹੀ ਕੰਮ ਲੱਭਿਆ ਹੋਇਆ। ਠੀਕ ਹੈ, ਜਿੱਥੇ ਉਹ ਪੂਰੀ ਤਰੀਕੇ ਨਾਲ ਇੱਕ ਕੰਪਨੀ ਨਾਲ ਬੰਨੇ ਨਹੀਂ ਹੋਏ, ਕੰਪਨੀ ਉਹਨਾਂ ਨੂੰ ਕੋਈ ਫਿਕਸ
ਸੈਲਰੀ ਨਹੀਂ ਦੇ ਰਹੀ, ਉਹ ਜਿੰਨਾ ਕੰਮ ਕਰਦੇ ਆ ਉਸ ਦੇ ਮੁਤਾਬਿਕ ਉਹਨਾਂ ਨੂੰ ਜਾਂ ਤਾਂ ਕੰਪਨੀ ਤੋਂ ਪੈਸਾ ਮਿਲਦਾ ਹੈ ਜਾਂ ਉਹਨਾਂ ਨੇ ਆਪਣੇ ਖੁਦ ਦੇ ਕੋਈ ਛੋਟੇ ਮੋਟੇ ਵਪਾਰ ਖੋਲੇ ਹੈ, ਕਿਸੇ ਨੇ ਕੋਈ ਦੁਕਾਨ ਖੋਲੀ, ਕੁਝ ਖੋਲ ਲਿਆ, ਤੇ ਉਹ ਤੋਂ ਜਿੰਨੀ ਕਮਾਈ ਹੋ ਰਹੀ ਹੈ, ਜਿੰਨਾ ਟਾਈਮ ਬੈਠਣਗੇ, ਜਿੰਨੀ ਕਮਾਈ ਹੋ ਰਹੀ ਹੈ, ਉਸ ਦੇ ਅਕੋਰਡਿੰਗ ਉਹ ਕਮਾਈ ਜਾ ਰਹੇ ਆਪਣਾ। ਆਪਣੇ ਭਾਰਤ ਦੇ 52% ਇਸੇ ਵਿੱਚ ਹੀ ਆਉਂਦੇ ਆ, ਜਿੱਥੇ ਲੋਕਾਂ ਨੇ ਆਪਣੇ ਖੁਦ ਦੀ ਰੋਜ਼ਗੁਜ਼ਾਰੀ ਲਈ ਕੁਛ ਨਾ ਕੁਛ ਕੰਮ ਖੋਲਿਆ ਹੋਇਆ। ਦੂਜੇ ਆਉਂਦੇ ਆ ਆਮ ਦਿਹਾੜੀ ਮਜ਼ਦੂਰ, ਜਿਹੜੇ ਰੋਜ਼ ਦੀ ਦਿਹਾੜੀ ਤੇ ਕੰਮ ਕਰਦੇ ਆ, ਜਿੱਦਣ ਦਿਹਾੜੀ ਨਹੀਂ ਮਿਲੀ ਜਾਂ ਜਿੱਦਣ ਕੰਮ ਨਹੀਂ ਮਿਲਿਆ, ਮਤਲਬ ਉਦਣ ਕੁਛ ਵੀ ਕਮਾਈ ਨਹੀਂ ਹੈ, ਜਿੱਦਣ ਦਿਹਾੜੀ ਮਿਲ ਗਈ ਉਦਣ ਸਾਰਾ ਕੰਮ ਮਿਲ ਗਿਆ। ਇਹ ਰੋਜ਼ ਦੀ ਕਮਾਈ ਤੇ ਆ, ਠੀਕ ਹੈ। ਲੇਬਰ ਚੌਂਕ ਤੁਸੀਂ ਅਕਸਰ ਹੀ ਦੇਖੇ ਹੋਣਗੇ, ਸਵੇਰੇ ਸਵੇਰੇ ਲੋਕ ਖੜ ਜਾਂਦੇ ਆ ਕਿ ਕੋਈ ਨਾ ਕੋਈ ਦਿਹਾੜੀ ਦਾ ਕੰਮ ਮਿਲ ਜੇ, ਜਿਵੇਂ ਜਿਵੇਂ ਕਿਸੇ ਨੂੰ ਰਿਕੁਆਇਰਮੈਂਟ ਹੁੰਦੀ ਹੈ, ਉੱਥੋਂ ਆ ਕੇ ਉਹ ਮਜ਼ਦੂਰ ਉਹਨੇ ਲੈ ਕੇ ਜਾਂਦੇ ਰਹਿੰਦੇ ਆ, ਠੀਕ ਹੈ। ਤੀਜੇ ਹੈਗੇ ਆ ਨਿਯਮਿਤ ਤਨਖਾਹ ਲੈਣ ਵਾਲੇ। ਇਹ ਹੈਗੇ ਜਿਹੜੇ ਫਿਕਸਡ ਸੈਲਰੀ ਵਾਲੇ EMPLOYE, ਜਿਵੇਂ ਸਰਕਾਰ ਫਿਕਸ ਸੈਲਰੀ ਦਿੰਦੀ ਹੈ, ਕਈ ਪ੍ਰਾਈਵੇਟ ਕੰਪਨੀਆਂ ਜਿਵੇਂ ਫਿਕਸ ਸੈਲਰੀ ਦਿੰਦੀਆਂ, ਜੇ ਕੰਪਨੀ ਨਾਲ ਕੋਈ ਕੰਮ ਕਰ ਰਿਹਾ ਫਿਕਸ ਸੈਲਰੀ ਦਿੰਦੀ ਹੈ, ਤੇ ਇਹ ਤੀਜੇ ਟਾਈਪ ਦੇ ਲੋਕ ਆ। ਇਹ ਭਾਰਤ ਵਿੱਚ ਅਰਾਊਂਡ 20% ਜਿਹੜੇ ਪੁਰਸ਼ ਨੌਕਰੀਆਂ ਕਰ ਰਹੇ ਤੇ 13% ਜਿਹੜੀ ਤੁਹਾਡੀ ਔਰਤਾਂ ਨੌਕਰੀਆਂ ਕਰ ਰਹੀਆਂ, ਉਹੀ ਇਹ ਚਾਹੁੰਦੇ ਆ, ਬਾਕੀ ਸਾਰੇ ਦੇ ਸਾਰੇ ਬਾਕੀ ਚੀਜ਼ਾਂ ਚਾਹੁੰਦੇ ਆ, ਠੀਕ ਹੈ। ਲਾਸਟ ਵਿੱਚ ਗੱਲ ਕਰੀਏ, ਦੇਖੋ ਭਾਰਤ ਦੇ ਅਨਇੰਪਲੋਇਮੈਂਟ ਦੇ ਬਾਰੇ। ਦੇਖੋ ਆਪਣੇ ਇੱਥੇ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਪਰ ਬੇਰੁਜ਼ਗਾਰੀ ਵਿੱਚ ਵੀ ਮੈਂ ਇੱਕ ਖਾਸ ਗੱਲ ਕਰ ਰਿਹਾ। ਦੇਖੋ ਆਪਣੇ 1991 ਤੋਂ ਬਾਅਦ ਭਾਰਤ ਦੀ ਜਿਹੜੀ GDP ਹੈ, ਜਿਹੜੀ ਆਪਣੀ ਆਰਥਿਕਤਾ, ਉਹ ਲਗਾਤਾਰ ਵੱਧਦੀ ਆਈ ਹੈ, ਪਰ ਆਪਣੇ ਇੱਥੇ ਨਾ ਇੱਕ ਟ੍ਰੈਂਡ ਹੈ ਕਿ ਆਪਣੇ ਇੱਥੇ ਜੋ ਵਾਧਾ ਹੋ ਰਿਹਾ ਉਹ ਹੈਗੀ ਹੈ ਬੇਰੁਜ਼ਗਾਰੀ ਵਿਕਾਸ, ਕਹਿ ਦਿੰਦੇ ਆਪਾਂ ਇਹਨੂੰ। ਇਹਦਾ ਕੀ ਮਤਲਬ ਹੈ ਕਿ ਦੇਖੋ ਭਾਰਤ ਵਿੱਚ ਵਿਕਾਸ ਤਾਂ ਹੋ ਰਿਹਾ ਹੈ, ਆਪਣਾ ਭਾਰਤ ਲਗਾਤਾਰ ਵੱਧਦਾ ਜਾ ਰਿਹਾ, ਗਰੋ ਵੀ ਕਰਦਾ ਜਾ ਰਿਹਾ, ਪਰ ਆਪਣੇ ਇੱਥੇ ਨੌਕਰੀਆਂ ਨਹੀਂ ਆ ਰਹੀ ਜਿੰਨੀ ਤੇਜ਼ੀ ਨਾਲ ਭਾਰਤ ਵੱਧਦਾ ਜਾ ਰਿਹਾ। ਵੈਸੇ ਇਦੋਂ ਅੱਗੇ ਵੀ ਗੱਲ ਕਰੀਏ ਤਾਂ ਦੇਖੋ ਬੇਰੁਜ਼ਗਾਰ ਕਿਹਨੂੰ ਬੋਲਿਆ ਜਾਂਦਾ, ਇਹਦੀ ਵੀ ਇੱਕ ਡੈਫੀਨੇਸ਼ਨ ਹੈ। ਦੇਖੋ ਹਰ ਬੰਦਾ ਜਿਹਦੇ ਕੋਲ ਨੌਕਰੀ ਨਹੀਂ ਹੈ, ਇਦਾਂ ਨਹੀਂ ਹੈ ਕਿ ਉਹਨੂੰ ਬੇਰੁਜ਼ਗਾਰੀ ਚ ਲਿੱਤਾ ਜਾਂਦਾ। ਦੇਖੋ ਆਰਥਿਕਤਾ ਦਾ ਸਬਜੈਕਟ ਕਿੱਦਾਂ ਦਾ ਹੈ ਕਿ ਤੁਸੀਂ ਜਿੱਦਾਂ ਦੀ ਡੈਫੀਨੇਸ਼ਨ ਰੱਖੋਗੇ ਨਾ, ਉਦਾਂ ਦੀ ਫਿਗਰ ਬਣ ਜਾਣਗੀਆਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਾਂ ਨਹੀਂ ਦੱਸਿਆ ਕਿ ਜਿਹੜੀ ਆਪਣੇ ਇੱਥੇ ਇਲੈਕਟ੍ਰਿਸਿਟੀ ਦੀ ਡੈਫੀਨੇਸ਼ਨ ਹੈ ਕਿ ਕਿੰਨੇ ਪਿੰਡਾਂ ਨੂੰ, ਮਤਲਬ ਆਪਾਂ ਜਿਵੇਂ ਡਿਕਲੇਅਰ ਕਰਤਾ ਸੀ 2020 ਚ ਕਿ ਭਾਰਤ ਦੇ ਹਰ ਪਿੰਡ ਤੱਕ ਬਿਜਲੀ ਪਹੁੰਚ ਗਈ ਹੈ, ਹਰ ਖੇਤਰ ਤੱਕ ਬਿਜਲੀ ਪਹੁੰਚ ਗਈ ਹੈ। ਇਹਦਾ ਮਤਲਬ ਕੀ ਹੈ? ਇਹਦੀ ਡੈਫੀਨੇਸ਼ਨ ਇਹ ਹੈ ਕਿ ਜੇ ਪਿੰਡ ਦੇ ਇੱਕ ਵੀ ਸਰਕਾਰੀ ਦਫ਼ਤਰ, ਕੋਈ ਵੀ ਜਿੰਨੇ ਵੀ ਪਿੰਡ 'ਚ ਕੋਈ ਡਾਕਖਾਨਾ ਹੈਗਾ, ਤੁਹਾਡੇ ਪੰਚਾਇਤ ਦਾ ਦਫ਼ਤਰ ਹੈ, ਕਿਸੇ ਵੀ ਜਗ੍ਹਾ, ਬਸ ਜੇ ਇੱਕ ਬਲਬ ਜਗ ਗਿਆ ਤਾਂ ਡੈਫੀਨੇਸ਼ਨ ਵਿੱਚ ਯਾਨੀ ਕਿ ਚਾਹੇ ਬਾਕੀ ਸਾਰੇ ਪਿੰਡ 'ਚ ਤਾਰਾਂ ਵੀ ਨਾ ਵਿਛੀਆਂ ਹੋਣ, ਜੇ ਉਸ ਪਿੰਡ 'ਚ ਇੱਕ ਬਲਬ ਜਗ ਗਿਆ ਸਰਕਾਰੀ ਆਫਿਸ 'ਚ, ਬਸ ਉਸ ਪਿੰਡ ਨੂੰ ਹੀ ਕਹਿ ਦਿੱਤਾ ਜਾਂਦਾ ਕਿ ਇਸ ਪਿੰਡ 'ਚ ਬਿਜਲੀ ਆ ਗਈ ਹੈ, ਠੀਕ ਹੈ। ਤਾਂ ਡੈਫੀਨੇਸ਼ਨ ਜੋ ਰੱਖੋਗੇ ਫਿਗਰ ਉਦਾਂ ਹੀ ਬਣ ਜਾਂਦੀ ਹੈ। ਦੇਖੋ ਆਪਣੇ ਇੱਥੇ ਅਨਇੰਪਲੋਇਮੈਂਟ, ਜਿਹੜੀ ਬੇਰੁਜ਼ਗਾਰ ਹੈ, ਉਹਦੀ ਵੀ ਇੱਕ ਡੈਫੀਨੇਸ਼ਨ ਹੈ। ਡੈਫੀਨੇਸ਼ਨ ਇਹ ਹੈ ਕਿ ਜਿਹੜਾ ਬੰਦਾ ਐਕਟਿਵਲੀ, ਮਤਲਬ ਬਹੁਤ ਬੇਤਾਬੀ ਨਾਲ ਨੌਕਰੀ ਲੱਭ ਰਿਹਾ, ਠੀਕ ਹੈ, ਬਹੁਤ ਕੋਸ਼ਿਸ਼ ਕਰ ਰਹੇ ਹੈ ਨੌਕਰੀ ਲੱਭਣ ਦੀ। ਹੁਣ ਇਹ 'ਚ ਇਹ ਨਹੀਂ ਹੁੰਦਾ ਕਿ ਜੇ ਤੁਸੀਂ ਸਰਕਾਰੀ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤੁਸੀਂ ਵੀ ਬੇਰੁਜ਼ਗਾਰ ਹੋ, ਨਹੀਂ, ਕਿਉਂਕਿ ਤੁਸੀਂ ਐਕਟਿਵਲੀ ਨਹੀਂ ਲੱਭ ਰਹੇ, ਤੁਸੀਂ ਇੱਕ ਪੇਪਰ ਦੀ ਤਿਆਰੀ ਕਰ ਰਹੇ ਹੋ, ਤੁਹਾਡੇ ਦਿਮਾਗ 'ਚ ਇੱਕ ਲਕਸ਼ ਹੈ, ਜਾਂ ਤੁਸੀਂ ਹੋਰ ਅੱਗੇ ਪੜ੍ਹਾਈ ਹੋਰ ਕਰਨ ਦਾ ਸੋਚਿਆ ਤਾਂ ਵੀ ਤੁਸੀਂ ਬੇਰੁਜ਼ਗਾਰੀ 'ਚ ਨਹੀਂ ਆਏ। ਜਿਹੜਾ ਬੰਦਾ ਰੋਜ਼ ਮਾਰਕੀਟ ਜਾ ਕੇ ਕਿਤੇ ਨਾ ਕਿਤੇ ਇੰਟਰਵਿਊ ਦੇ ਰਿਹਾ, ਰਿਜ਼ਿਊਮੇ ਦੇ ਰਿਹਾ, ਕੁਛ ਨਾ ਕੋਈ ਨੌਕਰੀ ਲੱਭ ਰਿਹਾ, ਉਹਨੂੰ ਕਹਿੰਦੇ ਐਕਟਿਵਲੀ ਨੌਕਰੀ ਲੱਭਣਾ। ਤੇ ਜਿਹੜਾ ਬੰਦਾ ਇਦਾਂ ਐਕਟਿਵਲੀ ਨੌਕਰੀ ਲੱਭ ਰਿਹਾ ਤੇ ਉਹਨੂੰ ਨੌਕਰੀ ਨਹੀਂ ਮਿਲ ਰਹੀ ਜਾਂ ਆਪਣੇ ਟੈਲੈਂਟ ਤੋਂ ਥੱਲੇ ਦੀ ਨੌਕਰੀ ਮਿਲ ਰਹੀ ਹੈ, ਉਸ ਬੰਦੇ ਨੂੰ ਬੇਰੁਜ਼ਗਾਰ ਬੋਲਿਆ ਜਾਂਦਾ ਹੈ। ਉਹ ਇਹ ਤਾਂ ਡੈਫੀਨੇਸ਼ਨ ਪਹਿਲੀ ਗੱਲ ਤਾਂ ਛੋਟੀ ਕਰਤੀ। ਇਹਦੇ ਮੁਤਾਬਿਕ ਵੀ ਭਾਰਤ ਦੀ ਓਵਰਆਲ ਜਿਹੜੀ ਬੇਰੁਜ਼ਗਾਰੀ ਦਰ 2021-22 ਦੇ ਅਕੋਰਡਿੰਗ 7.7 ਸੀ, ਪਰ ਇਹਦੇ ਅੰਦਰ ਜੇ ਤੁਸੀਂ 20 ਤੋਂ 24 ਸਾਲ ਦੀ ਉਮਰ ਦੇ ਲੋਕ ਦੇਖੋਗੇ ਤਾਂ 41.5%, 40.5% ਜਿਹੜਾ ਟੋਟਲ ਇਸ ਏਜ ਗਰੁੱਪ ਦੇ ਲੋਕ ਜਿਹੜੇ ਨੌਕਰੀ ਲੱਭ ਰਹੇ ਆ, ਤਾਂ ਬਾਕੀ ਸਾਰੇ ਤਾਂ ਗਿਣਨੇ ਹੀ ਨਹੀਂ, ਜਿਹੜੇ ਲੱਭ ਰਹੇ ਆ ਉਹਨਾਂ ਵਿੱਚੋਂ ਵੀ 41.5 ਇਦਾਂ ਦੇ ਆ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਤਾਂ ਆਪਣਾ ਨੌਜਵਾਨ ਤਾਂ ਬੇਰੁਜ਼ਗਾਰ ਹੀ ਜੀ ਰਿਹਾ। ਤਾਂ ਇਹ ਭਾਰਤ ਦੀ ਸੱਚਾਈ ਹੈ ਤੇ ਇਹੀ ਸੀ ਆਪਣਾ ਅੱਜ ਦਾ ਲੈਕਚਰ। ਮਿਲਦੇ ਹਾਂ ਅਗਲੇ ਲੈਕਚਰ 'ਚ। ਥੈਂਕ ਯੂ, ਸੀ ਯੂ।